ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਸਰ ਅਸੀਂ ਕਈ ਵਰਕਸ਼ਾਪ ਦੇਖੀਆਂ ਹੋਣਗੀਆਂ ਜਿੱਥੇ ਕਿ ਜੋ ਪੇਂਟਰਸ ਨੇ ਉਹ ਵੱਖ-ਵੱਖ ਤਰ੍ਹਾਂ ਦੀਆਂ ਪੇਂਟਿੰਗਸ ਤਿਆਰ ਕਰਦੇ ਹੁੰਦੇ ਨੇ, ਪਰ ਅੱਜ ਜੋ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੋ ਬਣ ਰਹੀਆਂ ਨੇ, ਇਹ ਕੋਈ ਆਮ ਤਸਵੀਰਾਂ ਨਹੀਂ, ਇਹ ਸ਼ਹੀਦ ਸਿੰਘਾਂ ਦੀ ਤਸਵੀਰਾਂ ਨੇ। ਸਾਕਾ ਪੰਜਾ ਸਾਹਿਬ ਤੇ ਗੁਰੂ ਕਾ ਬਾਗ ਦੇ ਜੋ ਸ਼ਹੀਦ ਹੋਏ ਨੇ ਉਹਨਾਂ ਨੂੰ 100 ਸਾਲਾ ਸਮਰਪਿਤ ਐਸਜੀਪੀਸੀ ਦੇ ਵੱਲੋਂ ਵਰਕਸ਼ਾਪ ਰੱਖੀ ਗਈ ਹੈ, ਜਿਸ ਦੇ ਵਿੱਚ ਕਿ ਹਰ ਇੱਕ ਤਰ੍ਹਾਂ ਦੀ ਜੋ पेंटिंग तैयार की जा रही है और उसका पिछे बहुत वड्डा इतिहास भी है जो असीं तुहानूं पेंटिंग दिखा रहे हैं। उसके बारे गलबात भी कर लैंदे आ जो इस पेंटिंग ते काम करते पे ने। सो भाई साहब जो तैयार कर रहे हो उस पेंटिंग के बारे कुछ चानना पाओ जी। पहले तो तुहानूं वाहिगुरू जी का खालसा वाहिगुरू जी की फतेह। ਜਿਹੜਾ ਇਹ ਅਸੀਂ ਗੁਰੂ ਕਾ ਬਾਗ ਮੋਰਚਾ ਜਾਂ ਪੰਜਾ ਸਾਹਿਬ ਦੇ 30 ਸ਼ਤਾਬਦੀਆਂ ਮਨਾ ਰਹੀ ਹੈ ਸ਼੍ਰੋਮਣੀ ਕਮੇਟੀ, ਉਹਦੇ ਵੱਲੋਂ ਜਿਹੜੀਆਂ 30 ਆਰਟਿਸਟ ਆਏ ਹੋਏ ਨੇ ਸਾਡੇ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚੋਂ। ਇਹ ਸਰਦਾਰ ਹਰਵਿੰਦਰ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ ਅਸੀਂ ਕੰਮ ਕਰ ਰਹੇ ਹਾਂ। ਉਹਦੇ ਵਿੱਚ ਜਿਹੜਾ 1922 ਦੇ ਵਿੱਚ ਗੁਰੂ ਕਾ ਬਾਗ ਮੋਰਚਾ ਲੱਗਿਆ ਸੀਗਾ, ਇਹ ਪੇਂਟਿੰਗ ਦਾ ਜਿਹੜਾ ਮੇਰਾ ਸਬਜੈਕਟ ਆ ਉਹ ਉਸ ਸਮੇਂ ਦਾ ਜਿਹੜਾ ਅਕਾਲ ਤਖਤ ਦਿਖਾਇਆ ਗਿਆ ਗਾ। ਤੇ ਜਿਹੜੇ ਉਸ ਸਮੇਂ ਦੇ ਜਿਹੜੇ ਲੀਡਰ ਨੇਗੇ ਜਿਵੇਂ ਕਰਤਾਰ ਸਿੰਘ ਝੱਬਰ ਜੀ, ਗੁਰਮੁਖ ਸਿੰਘ ਮੁਸਾਫਰ, ਜਸਵੰਤ ਸਿੰਘ ਝਬਾਲ ਜੀ, ਮਾਸਟਰ ਤਾਰਾ ਸਿੰਘ, ਇਹ ਉਸ ਸਮੇਂ ਦੇ ਮੌਜੂਦਾ ਲੀਡਰ ਸੀਗੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਮੋਰਚਾ ਸੀਗਾ ਜਿਹੜਾ ਚੱਲ ਰਿਹਾ ਸੀਗਾ। ਤੇ ਉਹ ਅਕਾਲ ਤਖਤ ਸਾਹਿਬ ਤੋਂ ਜਿਹੜੇ ਜਥੇ ਲੈ ਕੇ ਜਾਂਦੇ ਸੀਗੇ, ਇੱਥੋਂ ਉਹਨਾਂ ਨੂੰ ਸਹੁੰ ਚੁਕਾਈ ਜਾਂਦੀ ਸੀ ਤੇ ਉਹ ਜਾਂਦੇ ਸੀਗੇ। ਉਹ ਸਮੇਂ ਦੇ ਜਿਹੜੇ ਉਹ ਮੌਜੂਦਾ ਜਿਹੜੇ ਲੀਡਰ ਦਿਖਾਏ ਗਏ ਨੇ ਇਸ ਪੇਂਟਿੰਗ ਦੇ ਵਿੱਚ। ਜੋ ਉੱਪਰ ਤਖਤੀ ਲੱਗੀ ਹੋਈ ਹੈ, ਨੇਮ ਪਲੇਟ ਲੱਗੀ, ਇਹਦਾ ਕੀ ਮਹੱਤਵ ਹੈ? ਤੁਹਾਡਾ ਨਾਮ ਹੈ? ਹਾਂਜੀ ਹਾਂ, ਮੈਂ ਬਲਰਾਜ ਸਿੰਘ ਜੀ ਮਾਨਸਾ ਤੋਂ ਗਾ। ਤੇ ਕਾਫੀ ਇੱਥੇ ਜਿਹੜੇ ਆਰਟਿਸਟ ਆ ਉਹ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ ਤੋਂ ਆਏ ਹੋਏ ਨੇਗੇ। ਹਾਂਜੀ, ਸੋ ਇਹ ਅਸੀਂ ਗੱਲ ਕੀਤੀ ਜੋ ਪਹਿਲੀ ਤਸਵੀਰ ਤਿਆਰ ਹੋ ਰਹੀ ਸੀ, ਕਿਉਂਕਿ ਅਸੀਂ ਜੋ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਜਾਣਿਆ ਕਿ ਜੇ ਅਸੀਂ ਤੁਹਾਨੂੰ ਦਿਖਾਈਏ ਤਾਂ ਲਾਈਨ ਵਾਈਜ਼ ਦਿਖਾਈਏ। ਇੱਕ ਨੰਬਰ, ਹੁਣ ਦੂਸਰਾ ਨੰਬਰ ਕੁਲਦੀਪ ਸਿੰਘ ਰੁਪਾਲ ਚੰਡੀਗੜ੍ਹ ਤੋਂ ਨੇ। ਸੋ ਭਾਈ ਸਾਹਿਬ ਜੋ ਪੇਂਟਿੰਗ ਤਿਆਰ ਕਰ ਰਹੇ ਹੋ ਇਸ ਦੇ ਬਾਰੇ ਚਾਨਣਾ ਪਾ ਦਈਏ ਤੇ ਦੱਸ ਦਈਏ ਕਿ ਕਿੰਨੀ ਟਾਈਮ ਤੋਂ ਇਹ ਪੇਂਟਿੰਗ ਬਣਦੀ ਪਈ ਹੈ ਕਿ ਅੱਜ ਹੀ ਸ਼ੁਰੂ ਕੀਤੀ? ਨਹੀਂ, ਇਹ ਦਰਅਸਲ ਮੈਂ 2 ਪੇਂਟਿੰਗ ਕਰੀਆਂ ਜੀ ਇਸ ਵਰਕਸ਼ਾਪ ਦੇ ਵਿੱਚ। ਇੱਕ ਜਿਹੜੀ ਸੀਰੀਜ਼ ਨਾਲ ਰਿਲੇਟਡ ਹੈ, ਇੱਕ ਖਾਲਸਾ ਜੀ ਨੇ ਕਿਹਾ ਸੀ ਵੀ ਜਿਵੇਂ ਸਿੰਘਾਂ ਦੇ 12 ਵਜੇ ਦਾ ਟੋਂਟ ਮਾਰਿਆ ਜਾਂਦਾ, ਆਪਾਂ ਇਹ ਪੇਂਟਿੰਗ ਉਸ ਤੇ ਕਰ ਰਹੇ ਹਾਂ। ਜਦੋਂ ਕਿ ਮਰਾਠਿਆਂ ਨੂੰ ਜਿੱਤਣ ਤੋਂ ਬਾਅਦ ਜਦੋਂ ਅਬਦਾਲੀ ਦੀ ਸੈਨਾ ਜਿਹੜੀ ਹੈਗੀ ਆ ਉਹ ਉਹਨਾਂ ਦੀਆਂ ਬੀਬੀਆਂ ਨੂੰ ਤੇ ਬੱਚਿਆਂ ਨੂੰ ਜਦੋਂ ਲੈ ਕੇ ਜਾ ਰਹੀ ਸੀ, ਉਹਨਾਂ ਦੀ ਲੁੱਟ ਖਸੁੱਟ ਦਾ ਜੋ ਵੀ ਮਾਲ ਸੀਗਾ ਉਹ ਵਾਲਾ, ਤਾਂ ਸਿੰਘਾਂ ਨੇ ਉਹਨਾਂ ਨੂੰ ਬਚਾ ਕੇ, ਜਿਵੇਂ ਇੱਥੇ ਮੈਂ ਦਿਖਾਇਆ, ਉਹਨਾਂ ਨੂੰ ਬਚਾਇਆ ਤੇ ਉਹਨਾਂ ਨੂੰ ਵਾਪਸ ਉਹਨਾਂ ਦੇ ਘਰ ਪਹੁੰਚਾਇਆ ਜੀ। ਕਿੰਨਾ ਸਮਾਂ ਲੱਗਿਆ ਸਾਰੀ ਤਸਵੀਰ? ਇਹ ਦੋਨੋਂ ਪੇਂਟਿੰਗਸ ਮੈਂ ਮਤਲਬ 1 ਹਫ਼ਤੇ ਦੇ ਵਿੱਚ, ਜਿਵੇਂ ਇੱਥੇ ਵਰਕਸ਼ਾਪ ਦਾ ਜਿਹੜਾ ਟਾਈਮ ਸੀ ਉਹਦੇ ਵਿੱਚ ਕੰਪਲੀਟ ਕਰੀਆਂ ਜੀ। ਇਹ ਜੋ ਦ੍ਰਿਸ਼ ਦਰਸਾਇਆ ਗਿਆ, ਇਹ ਉਹ ਦ੍ਰਿਸ਼ ਆ ਜਦੋਂ ਕਿ ਕਿਹਾ ਜਾਂਦਾ ਕਿ 12 ਵਜ ਗਏ ਤੇ ਕਿਤੇ ਨਾ ਕਿਤੇ ਸਿੰਘ ਬਾਹਰ ਆਉਣਗੇ, ਡਰ ਦਾ ਮਾਹੌਲ ਸੀਗਾ ਉਦੋਂ, ਪਰ ਅੱਜ ਦੇ ਸਮੇਂ ਦੇ ਵਿੱਚ ਮਜ਼ਾਕ ਬਣਾਇਆ ਜਾਂਦਾ। ਇਹ ਹਾਲਗੇਟ ਅੰਮ੍ਰਿਤਸਰ ਦਾ ਹਾਲਗੇਟ ਆ ਔਰ ਸਾਰੇ ਸਿੰਘ ਸਾਹਿਬਾਨ ਇੱਥੇ ਖੜੇ ਹੋਏ ਨੇ। ਇੱਕ ਮੋਰਚੇ ਦੀ ਤਸਵੀਰ ਸਾਂਝੀ ਹੋ ਰਹੀ ਹੈ ਤੇ ਕਿਤੇ ਨਾ ਕਿਤੇ ਗੱਲ ਕਰੀਏ ਤੇ, ਔਰ ਇਸ ਤੋਂ ਬਾਅਦ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਜੋ 5 ਪਿਆਰੇ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਫੜ ਕੇ ਅੱਗੇ ਵਧਦੇ ਹੋਏ। ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜੋ ਇੱਥੇ ਬੈਠੇ ਤਸਵੀਰ ਨੂੰ ਨਿਖਾਰਦੇ ਪਏ ਨੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਤਸਵੀਰ ਜੋ ਤਿਆਰ ਕਰ ਰਹੇ ਹੋ ਇਸ ਦਾ ਮਹੱਤਵ ਕੀ ਆ, ਪਿੱਛੇ ਇਤਿਹਾਸ ਕੀ ਆ ਤੇ ਕਦੋਂ ਤੋਂ ਬਣਾ ਰਹੇ ਹੋ ਇਹ ਵਾਲੀ ਪੇਂਟਿੰਗ? ਇਹ 11 ਤਰੀਕ ਤੋਂ ਚੱਲੀ ਸੀ ਜੀ ਆਪਣੀ ਵਰਕਸ਼ਾਪ ਜੀ। ਇਹ ਖਾਲਸਾ ਜੀ ਦਾ ਉਦਮ ਸੀਗਾ ਜੀ, ਜਿਹੜੇ ਗੁਰੂ ਕੇ ਬਾਗ ਦੇ ਮੋਰਚੇ ਦੀਆਂ ਕਈ ਪੁਰਾਤਨ ਤਸਵੀਰਾਂ ਉਹਨਾਂ ਦੇ ਸੰਗ੍ਰਹਿ ਦੇ ਵਿੱਚ ਹੈ ਜੀ ਖਾਲਸਾ ਜੀ ਦੇ। ਇਹ ਤਸਵੀਰਾਂ ਕਿਉਂਕਿ ਥੋੜੀਆਂ ਉਹ ਕੈਮਰੇ ਨੇ ਵਧੀਆ ਨਹੀਂ ਸੀ, ਇੰਨੀ ਥੋੜੀ ਧੁੰਦਲੀਆਂ, ਇਸ ਲਈ ਉਹ ਤਸਵੀਰਾਂ ਨੂੰ ਅਸੀਂ ਰੰਗਦਾਰ ਕਰਕੇ ਹੂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਹਿਸਟਰੀ ਵਧੀਆ ਲੋਕਾਂ ਨੂੰ ਪੇਸ਼ ਹੋ ਸਕੇ ਜੀ। ਤੇ ਬੱਚਿਆਂ ਦੇ, ਨਵੇਂ ਬੱਚਿਆਂ ਨੂੰ, ਕਿਉਂਕਿ ਬੁੱਕ ਨਾਲੋਂ ਮਤਲਬ ਇੱਕ ਤਸਵੀਰ ਜ਼ਿਆਦਾ ਬੋਲਦੀ ਹੈ ਜੀ, ਆਪੇ ਬੋਲਣ ਲੱਗਦੀ ਹੈ ਸਮਝੋ। ਮਤਲਬ ਇਹਨੂੰ ਦੇਖ ਕੇ ਉਹਨਾਂ ਨੂੰ ਜ਼ਿਆਦਾ ਪਤਾ ਲੱਗੇਗਾ ਬੱਚਿਆਂ ਨੂੰ ਵੀ ਹਾਂ ਕਿਵੇਂ ਕਿਵੇਂ ਮੋਰਚਾ ਆਇਆ, ਕਿਵੇਂ ਸਿੰਘ ਉਹ ਪੇਸ਼ ਕਰਦੇ। ਇਹ ਹੁਣ ਤਿਆਰ ਹੋਣ ਤੋਂ ਬਾਅਦ ਅਜਾਇਬ ਘਰ ਲੱਗਣਗੀਆਂ? ਹਾਂਜੀ, ਨਹੀਂ ਹੁਣ ਇਹ ਗੁਰੂ ਕੇ ਬਾਗ ਦੀ ਜੋ ਸ਼ਤਾਬਦੀ ਮਨਾਈ ਜਾਊਗੀ ਜੀ ਅਗਸਤ ਚ, ਸ਼ਾਇਦ 7-8 ਅਗਸਤ ਲਈ, ਉਦੋਂ ਉੱਥੇ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਹੋਰ ਵੀ ਕਿਤੇ ਕਿਤੇ ਪ੍ਰਦਰਸ਼ਨੀ ਜਾਊਗੀ ਜੀ। ਫਿਰ ਬਾਅਦ ਚ ਇੱਕ ਇਸ ਸਾਲ ਤਾਂ ਇੱਕ ਨੇ ਘੁੰਮੇ ਫਿਰੇਗੀ ਜੀ, ਫਿਰ ਬਾਅਦ ਚ ਜੋ ਇਹ ਕਮੇਟੀ ਡਿਸੀਜਨ ਲਏਗੀ ਉੱਥੇ ਲਾਈਆਂ ਜਾਣਗੀਆਂ। ਸਭ ਕਾਫੀ ਪੇਂਟਿੰਗ ਤਿਆਰ ਕੀਤੀਆਂ ਹੋਣਗੀਆਂ, ਪਰ ਜਿਸ ਤਰੀਕੇ ਨਾਲ ਇੱਥੇ ਜੋ ਮਾਹੌਲ ਬਣਿਆ ਹੋਇਆ, ਹਰ ਤਰ੍ਹਾਂ ਦੇ ਪੇਂਟਰਸ ਪਹੁੰਚੇ ਆ, ਇੱਕ ਇਤਿਹਾਸ ਨੂੰ ਸਿਰਜਿਆ ਜਾ ਰਿਹਾ, ਫਿਰ ਕਿੰਨਾ ਕੁ ਇਹਦੇ ਵਿੱਚ ਆਨੰਦ ਆਇਆ, ਕਿੰਨਾ ਕੁ ਸਿੱਖਣ ਨੂੰ ਮਿਲਿਆ? ਨਹੀਂ ਜੀ, ਵਰਕਸ਼ਾਪ ਦਾ ਤਾਂ ਮਹੱਤਵ ਹੀ ਹੈ। ਪਹਿਲੀ ਤਾਂ ਗੱਲ ਹੈ ਜੀ, ਖਾਲਸਾ ਜੀ ਨੇ ਸਾਰੇ ਪੰਜਾਬ ਦੇ ਚੁਣ ਚੁਣ ਕੇ ਬੰਦੇ ਇਕੱਠੇ ਕੀਤੇ ਆ ਜੀ,
ਤੇ ਕਈਆਂ ਨੂੰ ਅਸੀਂ ਨਹੀਂ, ਸਾਡਾ ਭਾਈਚਾਰਕ ਹੋਈ ਜਾਂ ਸਾਂਝ ਸੀਗੀ, ਸਾਡੀ ਇੱਥੇ ਸਾਂਝ ਬਣੀ ਜੀ। ਅਸੀਂ ਰਲ ਮਿਲ ਕੇ ਇੱਕ ਦੂਸਰੇ ਤੋਂ ਸਾਰਿਆਂ ਨੇ ਸਿੱਖਣ ਦੀ ਕੋਸ਼ਿਸ਼ ਕੀਤੀ। ਫਿਰ ਇਹ ਪੇਂਟਿੰਗਾਂ ਤੋਂ ਲੋਕਾਂ ਨੇ ਸਿੱਖ ਹਿਸਟਰੀ ਸਿੱਖਣੀ ਹੈ ਜੀ। ਬਹੁਤ ਵਧੀਆ ਵਰਕਸ਼ਾਪ ਦਾ ਸਾਡਾ ਉਰੇ ਅਨੁਭਵ ਰਿਹਾ ਜੀ। ਸੋ ਕਿਤੇ ਨਾ ਕਿਤੇ ਇਸ ਤਰੀਕੇ ਦੇ ਉਪਰਾਲੇ ਸ਼ਾਇਦ ਅੱਗੇ ਹੋਰ ਦੇਖਣ ਨੂੰ ਵੀ ਮਿਲ ਸਕਦੇ ਆ। ਤੁਹਾਨੂੰ ਅਸੀਂ ਲਾਈਨ ਸਿਰ ਜੋ ਪੇਂਟਿੰਗਸ ਤਿਆਰ ਹੋ ਰਹੀਆਂ ਉਹਨਾਂ ਬਾਰੇ ਵੀ ਜਾਣੂ ਕਰਵਾਵਾਂਗੇ। ਅਸ਼ਵਨੀ ਵਰਮਾ ਟਾਂਡਾ ਜਲੰਧਰ ਤੋਂ ਪਹੁੰਚੇ ਹੋਏ ਨੇ। ਸੋ ਸਰ, ਇਹ ਕਿਹੜੀ ਤਸਵੀਰ ਗੁਰੂ ਕੇ ਬਾਗ ਮੋਰਚੇ ਦੀ? ਇਹ ਬਾਗ ਦੇ ਜਦੋਂ ਮੋਰਚਾ ਲਾਉਣ ਲਈ ਆਏ ਨਾ, ਇਹ 100 ਅਕਾਲੀ ਜਥੇ ਮਤਲਬ ਆਇਆ ਸੀਗਾ, ਤੇ ਉਹਨਾਂ ਨੂੰ ਵੀ ਜਿਹੜੇ ਆ ਕੇ ਸੜਕ ਤੇ ਬੈਠ ਗਏ, ਤੇ ਉਸ ਸਮੇਂ ਦੇ ਜਿਹੜੇ ਤਹਿਸੀਲਦਾਰ ਸਾਹਿਬ ਸੀ ਉਹਨਾਂ ਨੇ ਆ ਕੇ ਇਹਨਾਂ ਨੂੰ ਰੋਕਿਆ ਤੇ ਆ ਕੇ ਆਪਣਾ ਬੰਦਾ ਭੇਜਿਆ ਵੀ ਤੁਸੀਂ ਜਥੇਦਾਰ ਸਾਹਿਬ ਨਾਲ ਗੱਲ ਕਰੋ ਕਿ ਇਹ ਮੋਰਚਾ ਜਿਹੜਾ ਆ ਖਤਮ ਕਰੋ ਤੁਸੀਂ। ਉਹ ਕਹਿੰਦੇ ਵੀ ਅਸੀਂ ਖਤਮ ਨਹੀਂ ਕਰਨਾ। ਗੱਲਬਾਤ ਕੀਤੀ, ਉਹਨਾਂ ਨੇ ਨਹੀਂ ਮੰਨੇ ਤੇ ਉਹ ਸਿਰ ਤੇ ਹੱਥ ਰੱਖ ਕੇ ਬੈਠ ਗਏ, ਤੇ ਫਿਰ ਮੋਰਚਾ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਅੱਗੇ ਤੋਂ ਅੱਗੇ। ਹਾਂਜੀ, ਇਹ ਹੈ। ਸੋ ਜਿਸ ਤਰੀਕੇ ਦੇ ਨਾਲ ਕਲਾਕਾਰੀ ਦੀ ਗੱਲ ਕਰੀਏ ਤਾਂ ਪੂਰੀ ਜਾਨ ਜਿਵੇਂ ਪਾਈ ਹੋਵੇ ਉਸ ਤਰੀਕੇ ਦਾ ਅਨੁਭਵ ਹੁੰਦਾ। ਇੱਕ ਇੱਕ ਜੋ ਅਸੀਂ ਦੇਖੀਏ ਅੰਗ, ਉਹ ਸਾਨੂੰ ਇਉਂ ਲੱਗਦਾ ਜਿਵੇਂ ਕਿ ਇਹ ਪੇਂਟਿੰਗ ਹੱਥ ਨਾਲ ਨਹੀਂ, ਇਹ ਕੰਪਿਊਟਰਾਈਜ਼ ਤਸਵੀਰ ਤਿਆਰ ਕੀਤੀ ਹੋਵੇ। ਜਸਵਿੰਦਰ ਸਿੰਘ ਜਲੰਧਰ ਤੋਂ। ਭਾਈ ਸਾਹਿਬ, ਕੀ ਇਸ ਤਰੀਕੇ ਦੀਆਂ ਪੇਂਟਿੰਗਸ ਜੋ ਬਣ ਰਹੀਆਂ ਨੇ, ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਜ਼ਿੰਦਾ ਰੱਖਣਗੇ ਕਿ ਇਹੋ ਜਿਹੇ ਉਪਰਾਲੇ ਹੋਰ ਵੀ ਹੋਣੇ ਚਾਹੀਦੇ? ਹਾਂਜੀ ਹਾਂਜੀ, ਜ਼ਰੂਰ। ਮਤਲਬ ਬਹੁਤ ਜ਼ਰੂਰੀ ਅੱਜ ਕੱਲ ਤਾਂ, ਜਿੱਦਾਂ ਬੱਚੇ ਪੁਣੇ ਵੱਲ ਜਾ ਰਹੇ ਆ ਜੀ, ਉਹਨੂੰ ਦੇਖਦੇ ਹੋਏ ਇਹੋ ਜਿਹੇ ਜਿਹੜੇ ਸਾਡੇ ਆਰਟਿਸਟਾਂ ਨੂੰ ਵੇਖ ਕੇ ਲੋਕਾਂ 'ਚ ਉਤਸ਼ਾਹ ਤਾਂ ਪੈਦਾ ਹੁੰਦਾ ਹੈ, ਆਪਣੀ ਹਿਸਟਰੀ ਬਾਰੇ ਪਤਾ ਲੱਗਦਾ ਹੈ, ਤੇ ਉਹਦੇ ਨਾਲ ਹੀ ਬੰਦੇ ਦਾ ਜੀਵਨ ਜਿਹੜਾ ਵਧੀਆ ਬਣਦਾ ਹੈ। ਹਿਸਟਰੀ ਪੜ੍ਹ ਕੇ, ਜੇ ਹਿਸਟਰੀ ਭੁੱਲ ਗਏ ਤਾਂ ਫਿਰ ਤਾਂ ਸਾਨੂੰ ਸਾਡਾ ਕੁਝ ਰਹਿਣਾ ਨਹੀਂਗਾ। ਤੇ ਆਪਣੀ ਹਿਸਟਰੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ, ਖਾਸ ਕਰਕੇ ਜਿਹੜੇ ਸਿੰਘ ਸਰਦਾਰ ਮੁੰਡੇ ਹੈਗੇ ਉਹਨਾਂ ਨੂੰ ਆਪਣਾ ਯਾਦ ਰੱਖਣ ਵੀ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ, ਅਸੀਂ ਮੋਰਚੇ ਫਤਿਹ ਕੀਤੇ। ਇਹ ਪੇਂਟਿੰਗ ਦਾ ਦ੍ਰਿਸ਼ ਕੀ ਕਹਿ ਰਿਹਾ? ਇਹ ਪੇਂਟਿੰਗ ਜਿਹੜੀ ਜਦੋਂ ਗੁਰੂ ਕੇ ਬਾਗ ਲੱਕੜਾਂ ਲੈਣ ਜਾਂਦੇ ਸੀ ਉਹ ਰੋਕਦੇ ਸੀਗੇ, ਫਿਰ ਇਹਨਾਂ ਨੇ ਫਿਰ ਮੋਰਚਾ ਲਾਇਆ ਆਪਣਾ, ਗੁਰੂ ਕੇ ਬਾਗ ਮੋਰਚੇ ਨਾਲ ਮਸ਼ਹੂਰ ਹੋਇਆ। ਇਹ ਸਰਕਾਰੀ ਡਾਂਗਾ ਨਾਲ ਕੁੱਟਦੇ ਸੀ, ਇਹ ਸ਼ਾਂਤਮਈ ਢੰਗ ਨਾਲ ਫਿਰ ਆਪਣੇ ਨੰਗੇ ਧੜ ਹੋ ਕੇ ਤਸ਼ੱਦਦ ਦਾ, ਉਹਨਾਂ ਦਾ ਜ਼ੁਲਮ ਦਾ ਟਾਕਰਾ ਕੀਤਾ। ਇਹਨਾਂ ਨੇ ਆਪਣੇ ਪਿੰਡੇ ਤੇ ਸਹਿਆ ਉਸ ਗੱਲ ਨੂੰ, ਇਹਨਾਂ ਨੇ ਇਸ ਗੱਲ। ਸੋ ਇੱਕ ਇੱਕ ਚੀਜ਼ ਜੇ ਕਹੀਏ ਤਾਂ ਪੂਰੀ ਦ੍ਰਿਸ਼ ਨੂੰ ਦਰਸਾਇਆ ਗਿਆ ਹੈ ਇਹਨਾਂ ਕਲਾਕਾਰਾਂ ਦੇ ਵੱਲੋਂ। ਔਰ ਤੁਹਾਨੂੰ ਅਸੀਂ ਤਸਵੀਰਾਂ ਲਾਈਵ ਦਿਖਾ ਰਹੇ ਹਾਂ ਇਸ ਵੇਲੇ ਜਗਬਾਣੀ ਦਰਸ਼ਨ ਟੀਵੀ ਤੇ। ਸੋ ਦੱਸ ਦਈਏ ਕਿ ਜੋ ਗੁਰੂ ਕੇ ਬਾਗ ਦਾ ਤੇ ਪੰਜਾ ਸਾਹਿਬ ਦਾ ਜੋ ਜਿਨ੍ਹਾਂ ਵਿੱਚ ਸ਼ਹੀਦਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਉਹਨਾਂ ਨੂੰ ਸਮਰਪਿਤ 100 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਰਕਸ਼ਾਪ ਲਗਾਈ ਗਈ, ਜਿਸ ਦੇ ਵਿੱਚ ਹਰ ਤਰ੍ਹਾਂ ਦੇ ਜੋ ਪੇਂਟਰਸ ਨੇ, ਜੋ ਪੰਜਾਬ ਦੇ ਕਈ ਕੋਨਿਆਂ ਚੋਂ ਪਹੁੰਚ ਕੇ ਇੱਥੇ ਆ ਕੇ ਆਪਣੀਆਂ ਜੋ ਸੇਵਾਵਾਂ ਨਿਭਾ ਰਹੇ ਨੇ। ਔਰ ਜੋ ਜਾਣ ਪਾਣ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਦ੍ਰਿਸ਼ ਲਿਖੇ ਗਏ ਨੇ। ਇੱਕ ਇੱਕ ਚੀਜ਼ ਉਸ ਸਮੇਂ ਸਾਨੂੰ ਯਾਦ ਕਰਵਾ ਦਿੰਦੀ ਹੈ ਜਿੱਥੇ ਕਿ ਅਸੀਂ ਅਕਸਰ ਕਿਤਾਬਾਂ ਦੇ ਇਤਿਹਾਸ ਦੇ ਵਿੱਚ ਪੜ੍ਹਦੇ ਹੁੰਦੇ ਹਾਂ। ਸੋ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਇੱਕ ਵਾਰ ਤਸਵੀਰਾਂ ਦਿਖਾਈਆਂ ਜਾਣ ਸਾਰੀਆਂ, ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰਾਂਗੇ ਔਰ ਜੋ ਅਸੀਂ ਹੁਣ ਤੱਕ ਗੱਲ ਕੀਤੀ ਹੈ, ਇੱਕ ਇੱਕ ਜੋ ਕਲਾਕਾਰ ਨੇ, ਇੱਕ ਇੱਕ ਪੇਂਟਰ ਨੇ ਇਹੀ ਕਿਹਾ ਕਿ ਇਸ ਤਰੀਕੇ ਦੇ ਜੋ ਵਰਕਸ਼ਾਪ ਨੇ, ਇਸ ਤਰੀਕੇ ਦੀਆਂ ਜੋ ਕਹਿ ਦਈਏ ਕਿ ਸੇਵਾਵਾਂ ਨੇ, ਇਹ ਹਰ ਵਾਰ ਲਈਆਂ ਜਾਣ ਤਾਂ ਜੋ ਸਾਨੂੰ ਵੀ ਸਿੱਖਣ ਨੂੰ ਮਿਲੇ ਤੇ ਅੱਗੇ ਅਸੀਂ ਵੀ ਕੁਝ ਨਾ ਕੁਝ ਵੱਖਰਾ ਕਰਨ ਦੀ ਚਾਹਤ ਰੱਖੀਏ। ਸੋ ਭਾਈ ਸਾਹਿਬ ਹੁਣਾਂ ਨਾਲ ਗੱਲ ਕਰ ਲੈਂਦੇ ਆ ਔਰ ਜਾਣਦੇ ਆ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਐਡਾ ਜੋ ਕਹਿ ਦਈਏ ਸ਼ਲਾਘਾਯੋਗ ਕਦਮ ਐਸਜੀਪੀਸੀ ਵੱਲੋਂ ਕੀਤਾ ਗਿਆ, ਜਿਸ ਨਾਲ ਕਿ ਕਹਿ ਦਈਏ ਇਤਿਹਾਸ ਮੂੰਹੋਂ ਬੋਲ ਰਿਹਾ ਕਿ ਕਿੱਥੇ ਕਿੱਥੇ ਕਿਹੜੀ ਕਿਹੜੀ ਕੁਰਬਾਨੀ, ਇੱਕਦਮ ਵਿਜ਼ਨ ਕ੍ਰੀਏਟ ਹੋ ਜਾਂਦਾ। ਕਿਵੇਂ ਮਨ ਦੇ ਵਿੱਚ ਸਬਬ ਬਣਿਆ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਵੱਲੋਂ ਗੁਰੂ ਕੇ ਬਾਗ ਅਤੇ ਪੰਜਾ ਸਾਹਿਬ ਦੇ ਸਾਕੇ ਦੀ ਜਿਹੜੀ 100 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ, ਉਹਦੇ ਸਬੰਧ ਵਿੱਚ ਅਸੀਂ 12 ਤਰੀਕ ਤੋਂ ਵਰਕਸ਼ਾਪ ਲਾਈ ਹੈ। ਇਸ ਤੋਂ ਪਹਿਲਾਂ ਅਸੀਂ 3 ਵਰਕਸ਼ਾਪਾਂ ਪਹਿਲਾਂ ਲਾ ਚੁੱਕੇ ਹਾਂ। ਪਹਿਲੀ ਵਰਕਸ਼ਾਪ 2010 ਚ ਬੰਦਾ ਸਿੰਘ ਬਹਾਦਰ ਦੇ 300 ਸਾਲਾ ਫਤਿਹ ਦਿਵਸ ਲਾਈ ਸੀ। ਉਸ ਤੋਂ ਬਾਅਦ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦੇ ਪੁਰਬ ਤੇ ਸੁਲਤਾਨਪੁਰ ਲਾਈ ਸੀ। ਪਿਛਲੇ ਸਾਲ ਜੋ 2020 ਦੇ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸੀ, ਉਦੋਂ ਭਾਈ ਗੁਰਦਾਸ ਹਾਲ ਲਾਈ ਸੀ। ਇਹ ਜਿਹੜਾ
ਗੁਰੂ ਕੇ ਬਾਗ ਦਾ ਸਾਕਾ ਹੈ। ਜਦੋਂ 1922 ਚ ਮੋਰਚਾ ਚੱਲ ਰਿਹਾ ਸੀ, ਅਮਰੀਕਾ ਤੋਂ ਆਏ ਫੋਟੋਗ੍ਰਾਫਰਾਂ ਨੇ ਉਸ ਸਮੇਂ ਫਿਲਮ ਤਿਆਰ ਕੀਤੀ ਸੀ, ਜਿਹੜੀ ਅੱਜ ਫਿਲਮ ਮਿਲਦੀ ਨਹੀਂ ਹੈ, ਕੁਝ ਕਲਿੱਪ ਮਿਲਦੇ ਹੈ। ਲੇਕਿਨ ਜਿਹੜੀਆਂ ਓਰੀਜਨਲ ਫੋਟੋਗ੍ਰਾਫਸ ਹੈ ਉਹ ਮੇਰੀ ਲਾਇਬ੍ਰੇਰੀ ਦੇ ਵਿੱਚ ਹੈਗੀ, ਲੇਕਿਨ ਉਹ ਵੀ ਹੌਲੀ ਹੌਲੀ ਮੱਧਮ ਪੈਂਦੀਆਂ ਜਾ ਰਹੀਆਂ। ਸੋ ਪ੍ਰੋਗਰਾਮ ਬਣਾਇਆ ਕਿ ਜਿਹੜੀਆਂ ਉਹ ਫੋਟੋਗ੍ਰਾਫਸ ਹਨ ਉਹਨਾਂ ਨੂੰ ਦੁਬਾਰਾ ਚਿੱਤਰਾਂ ਰਾਹੀਂ ਪ੍ਰਗਟ ਕੀਤਾ ਜਾਵੇ, ਵੀ ਤਾਂ ਜੋ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੁਣ ਯੁੱਗ ਹੈ, ਸਾਡੇ ਬੱਚੇ ਮੋਬਾਈਲ ਦੇਖਦੇ ਹੈ, ਟੀਵੀ ਦੇਖਦੇ ਹੈ, ਸਾਰਾ ਕੁਝ WhatsApp ਤੇ ਦੇਖਦੇ ਹੈ, ਨੈਟ ਤੇ ਦੇਖਦੇ ਹੈ, ਉਹਨੂੰ ਉਸ ਹਿਸਾਬ ਦੇ ਪੁਆਇੰਟ ਤੋਂ ਅਸੀਂ ਕਵਰ ਕਰ ਰਹੇ ਹਾਂ। ਕਿਉਂਕਿ 32 ਪੇਂਟਿੰਗ ਅਸੀਂ ਭਾਈ ਗੁਰਦਾਸ ਸਾਹਿਬ ਤਿਆਰ ਕੀਤੀਆਂ ਸੀ, 30 ਪੇਂਟਿੰਗ ਇਹ ਹੋ ਗਈਆਂ 62। ਅਸੀਂ 60 ਮਿੰਟ ਦੀ ਇਸ ਤੇ ਡਾਕੂਮੈਂਟਰੀ ਤਿਆਰ ਕਰ ਰਹੇ ਹਾਂ। ਉਹ ਡਾਕੂਮੈਂਟਰੀ ਥਰੂ ਆਊਟ ਵਰਲਡ ਜਿਸ ਮਰਜ਼ੀ ਭੇਜੀ ਜਾ ਸਕਦੀ ਹੈ। ਇਸੇ ਸੰਬੰਧ 'ਚ 2 ਐਲਬਮਾਂ ਤਿਆਰ ਹੋ ਰਹੀਆਂ। ਇੱਕ ਐਲਬਮ ਜਿਹੜੀ ਸੀ ਉਹ ਮੈਂ ਤਿਆਰ ਕਰਤੀ, ਆਹ ਐਲਬਮ ਤਿਆਰ ਕਰ ਦਿੰਦੀ ਹੈ। ਉਹਦੇ ਵਿੱਚ ਰਿਕਾਰਡ ਸਮਾਂ ਲੈ ਜਾਊਗਾ ਤੇ ਹਰ ਇੱਕ ਬੰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਕਿਹਾ ਹੈ ਵੀ ਉਹਨਾਂ ਕੁ ਇਹਦਾ ਮੁੱਲ ਰੱਖੋ, ਨੋ ਪ੍ਰੋਫਿਟ ਨੋ ਲਾਸ ਦੇ ਹਿਸਾਬ ਨਾਲ, ਵੀ ਹਰ ਇੱਕ ਬੰਦਾ ਉਸ ਨੂੰ ਖਰੀਦ ਸਕੇ। ਸੋ ਜੋ ਇਹ ਪੇਂਟਰਸ ਕਲਾਕਾਰ ਪਹੁੰਚੇ ਹੋਏ ਨੇ, ਇਹ ਆਪਣੇ ਮਨੋਂ ਇੱਥੇ ਆ ਕੇ ਇੱਛੁਕ ਸੀ ਜਾਂ ਇਹਨਾਂ ਨੂੰ ਸਪੈਸ਼ਲ ਬੁਲਾਇਆ ਗਿਆ, ਚਿੱਠੀ ਪਾਈ ਗਈ ਕਿ ਇੱਥੇ ਆ ਕੇ ਇਸ ਤਰੀਕੇ ਦੀ ਅਸੀਂ ਵਰਕਸ਼ਾਪ? ਇਹਨਾਂ ਨੂੰ ਤਾਂ ਬੁਲਾਇਆ ਤਾਂ ਮੈਂ ਹੀ ਹਾਂ। ਇਹਨਾਂ ਨੂੰ ਇਕੱਠੇ ਕਰਨਾ ਬੜਾ ਔਖਾ ਹੁੰਦਾ ਹੈ, ਕਿਉਂਕਿ ਡਾਕਟਰ ਮਹਿੰਦਰ ਸਿੰਘ ਰੰਧਾਵਾ ਕਹਿੰਦੇ ਹੁੰਦੇ ਸੀਗੇ ਜਿਹੜੇ ਕਲਾਕਾਰ ਹੁੰਦੇ ਆ ਨਾ, ਇਹ ਡੱਡੂਆਂ ਦੀ ਪੰਸੇਰੀ ਹੁੰਦੀ ਹੈ, ਇਹਨਾਂ ਨੂੰ ਇਕੱਠੇ ਨਹੀਂ ਰੱਖਿਆ ਜਾ ਸਕਦਾ। ਲੇਕਿਨ ਗੁਰੂ ਦੀ ਕਿਰਪਾ ਹੈ ਵੀ ਇਹਨਾਂ ਨੂੰ ਇਕੱਠੇ ਰੱਖ ਲਈਦੇ। ਇਹ ਫਿਰ ਇਹਨਾਂ ਨੂੰ ਸਾਰਾ ਆਈਡੀਆ, ਹਿਸਟਰੀ ਬੈਕਗਰਾਉਂਡ ਉਹ ਫਿਰ ਮੈਂ ਆਪ ਖੁਦ ਦਿੰਦਾ ਇਹਨਾਂ ਨੂੰ। ਤੇ ਓਰੀਜਨਲ ਫੋਟੋਗ੍ਰਾਫਸ ਜਿਵੇਂ ਹੁਣ ਸਾਡੀ ਵਰਕਸ਼ਾਪ ਸ਼ੁਰੂ ਹੁੰਦੀ ਹੈ, ਜਦੋਂ ਤੱਕ ਰਾਤ ਨੂੰ ਅਸੀਂ ਇਹ ਸਮਾਪਤ ਨਹੀਂ ਕਰ ਲੈਂਦੇ, ਮੈਂ ਇੱਥੋਂ ਹਿੱਲਣਾ ਨਹੀਂ ਹੈ। ਉਹਦਾ ਕਾਰਨ ਇਹ ਹੈ ਵੀ ਜਿਹੜਾ ਬੁਰਸ਼ ਹੈ, ਬੁਰਸ਼ ਜਦੋਂ ਚੱਲਦਾ ਹੈ ਉਹ ਕਈ ਵਾਰੀ ਮਾਮੂਲੀ ਜਿਹਾ ਪਾਸੇ ਹਟੇ ਅਰਥ ਦਾ ਅਨਰਥ ਕਰ ਦਿੰਦਾ ਹੈ। ਇਸ ਕਰਕੇ ਇਹਨਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਵੀ ਅਸੀਂ ਇਹਦੇ 'ਚ ਕੁਝ ਆਊਟਪੁੱਟ ਕਰਨਾ ਚਾਹੁੰਦੇ ਹਾਂ। ਲੋਕ ਦੇਖਣ, ਇਤਿਹਾਸ ਨੂੰ ਵਾਚਣ, ਪਤਾ ਲੱਗੇ ਵੀ ਸਾਡਾ ਇਤਿਹਾਸ ਕੀ ਹੈ। ਸੋ ਮੇਰਾ ਆਖਰੀ ਸਵਾਲ, ਤੇ ਜਦੋਂ ਸਾਡੇ ਦਰਸ਼ਕ ਦੇਖ ਰਹੇ ਨੇ, ਮੰਨ ਲਓ ਕੋਈ ਹੋਰ ਇੱਕ ਕਲਾਕਾਰ ਹੀ ਹੈ, ਕੋਈ ਪੇਂਟਰ ਹੀ ਹੈ, ਉਸ ਦਾ ਵੀ ਮਨ ਹੈ ਕਿ ਮੈਂ ਇਸ ਤਰੀਕੇ ਨਾਲ ਆ ਕੇ ਵਰਕਸ਼ਾਪ ਜੁਆਇਨ ਕਰਕੇ ਮੈਂ ਵੀ ਆਪਣੀ ਕਲਾਕਾਰੀ ਦਿਖਾਉਣਾ ਚਾਹੁੰਦਾ ਹਾਂ, ਉਹ ਕਿਵੇਂ ਪਹੁੰਚ ਕਰ ਸਕਦਾ? ਸਾਡੀ ਪੰਜਾਬ ਆਰਟ ਕੌਂਸਲ ਅਸੀਂ ਬਣਾਈ ਹੈ। ਜਦੋਂ ਅਸੀਂ 2010 ਤੋਂ ਇਕੱਠੇ ਹੋਏ ਸੀ, ਅਸੀਂ ਇੱਕ ਪੰਜਾਬ ਆਰਟ ਕੌਂਸਲ ਬਣਾਤੀ। ਉਹਦੀ 500 ਰੁਪਇਆ ਸਾਡੀ ਐਂਟਰੀ ਫੀਸ ਹੈ, 1000 ਰੁਪਏ ਸਾਲ ਦਾ ਉਹਦੇ 'ਚ ਕਰਦੇ ਹਾਂ। ਉਹ ਫਿਰ ਜਦੋਂ ਪਾਰਟਿਸਿਪੇਟ ਕਰਦਾ, ਪਹਿਲਾਂ ਅਸੀਂ ਉਹਦੀ ਕਿਰਤ ਦੇਖਦੇ। ਇਹ ਨਾ ਵੀ ਇੱਕ ਤਾਂ ਸਾਡਾ ਵੀ ਆਰਟਿਸਟ ਹੋਵੇ ਜਿਹੜਾ ਸਿਖਰ ਤੇ ਪਹੁੰਚ ਰਿਹਾ ਹੋਵੇ, ਦੂਜਾ ਵਿੱਚ ਵਿਚਾਰੇ ਆ ਕੇ ਸਾਰੀ ਗੰਦਲਾਪਣ ਕਰਦੇ, ਉਹ ਗੱਲ ਨਹੀਂ ਬਣਦੀ। ਉਹਦੇ ਸਟੈਂਡਰਡ ਦੇਖਦੇ ਹਾਂ। ਇੰਨਾ ਜ਼ਰੂਰ ਹੈ ਕਿ ਜੋ ਮੈਂਬਰ ਬਣਨਾ ਚਾਹੇ ਵੈਲਕਮ, ਉਹਦਾ ਕੰਮ ਦੇਖ ਕੇ ਉਹਨੂੰ ਨਾਲ ਤੋਰੀਦਾ। ਜੇ ਉਹ ਨਹੀਂ ਤੁਰ ਸਕਦਾ ਤਾਂ ਦੂਜੇ ਆਰਟਿਸਟਾਂ ਨੂੰ ਨਾਲ ਲਾ ਕੇ ਉਹਦੇ ਨਾਲ ਉਹਦਾ ਕੰਮ ਕਰਵਾਈਦਾ, ਵੀ ਤਾਂ ਜੋ ਉਹ ਬਰਾਬਰ ਤੁਰ ਸਕੇ ਗਰੁੱਪ ਦੇ ਨਾਲ। ਲੇਕਿਨ ਇਹਦੇ ਵਿੱਚ ਅਸੀਂ 2 ਪੇਂਟਿੰਗ ਇਸ ਤੋਂ ਐਕਸਟਰਾ ਬਣਾਈਆਂ। ਇੱਕ ਪੇਂਟਿੰਗ ਉਹ ਬਣਾਈ ਹੈ ਜਿਹਦੇ 'ਚ ਆਮ ਰੌਲਾ ਪਾਇਆ ਜਾਂਦਾ ਸਿੱਖਾਂ ਦੇ 12 ਵੱਜ ਗਏ। ਇਹ ਪਹਿਲੀ ਵਾਰ ਇਹ ਤਿਆਰ ਹੋਈ 12 ਵੱਜਣ ਵਾਲੀ। ਤੇ ਦੂਜੀ ਜਿਹੜੀ ਬੇਟੀ ਦੀ, ਜਦੋਂ ਅਖੀਰਲੇ ਸਮੇਂ ਬੇਟੀ ਮਾਰਿਆ ਗਿਆ, ਉਹ ਕਿਵੇਂ ਮਾਰਿਆ ਗਿਆ, ਉਹ ਹੈ। ਸੋ ਇਸ ਗੱਲ ਕੀਤੀ ਹੈ ਭਾਈ ਸਾਹਿਬ ਹੋਰਾਂ ਨਾਲ, ਜਿਨ੍ਹਾਂ ਨੇ ਇੱਕ ਪੂਰਾ ਜੋ ਤਸਵੀਰਾਂ ਦਾ ਚਾਨਣਾ ਕਰਵਾਇਆ ਕਿ ਕਿਸ ਤਰੀਕੇ ਦੇ ਨਾਲ SGPC ਸਮੇਂ-ਸਮੇਂ ਤੇ ਇਸ ਤਰੀਕੇ ਦੀਆਂ ਵਰਕਸ਼ਾਪਸ ਨੂੰ ਅਰੇਂਜ ਕਰਦੀ ਰਹਿੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸ ਤਰੀਕੇ ਦੇ ਪ੍ਰੋਗਰਾਮ ਉਲੀਕਾਂਗੇ ਤੇ ਇਸ ਨੂੰ ਡਾਕੂਮੈਂਟਰੀ ਦੇ ਰੂਪ ਦੇ ਵਿੱਚ ਹਰ ਇੱਕ ਦੇ ਤੱਕ ਪਹੁੰਚ ਵੀ ਕਰਾਵਾਂਗੇ। ਵੀਡੀਓ ਜਰਨਲਿਸਟ ਅਕਸ਼ੇ ਦੇ ਨਾਲ ਹਰਮੀਤ ਸਿੰਘ, ਜਗਬਾਨੀ TV, ਅੰਮ੍ਰਿਤਸਰ।